plus 2 class. Today I am going to start new chapter, that is rural development. First thing, what is a rural development and what is its significance? Rural development is an action plan for the social and economic growth of the rural areas. ਜਦੋਂ ਅਸੀਂ ਰੂਰਲ ਏਰੀਆਜ਼ ਨੂੰ ਗਰੋ ਕਰਦੇ ਹਾਂ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਉਹ ਰੂਰਲ ਡਿਵੈਲਪਮੈਂਟ. Under rural development, we are having two challenges. First is lingering challenges, second is emerging challenges. Under lingering challenges, first we are having challenge of rural credit and second challenge of rural marketing. Lingering challenges ਜਿਹੜੇ ਸਾਡੇ ਕਾਫੀ ਟਾਈਮ ਤੋਂ ਚੱਲਦੇ ਆ ਰਹੇ ਆ ਐਂਡ emerging challenges recent challenges ਸਾਡੇ ਕੋਲ ਜਿਹੜੇ ਹੁਣ ਇਸ ਟਾਈਮ ਦੇ ਉੱਤੇ ਪ੍ਰੈਜ਼ੈਂਟਲੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਰੀਸੈਂਟ ਪਾਸਟ ਦੇ ਵਿੱਚ ਹੀ ਸਾਡੇ ਕੋਲ ਸਾਹਮਣੇ ਆਏ ਆ. That is, first is a need for the diversification of productive activities and second need for organic farming. Then significance. Significance means what is the importance or significance we can say. ज़्यादातर साड़ी ਜਿਹੜੀ population है that is living in the rural areas. Rural areas ਦੇ ਵਿੱਚ ਸਾਡੇ ਕੋਲੇ and ਸਾਡੇ ਕੋਲੇ ਬਰਡਨ ਹੈ ਉਹਦੇ 'ਤੇ ਰੂਰਲ ਏਰੀਆਜ਼ ਦੇ ਵਿੱਚ ਹੀ. ਐਂਡ ਅਗਰ ਸਾਡੇ ਕੋਲੇ ਬਰਡਨ ਜ਼ਿਆਦਾ ਹੋਏਗਾ, ਅਗਰ ਜ਼ਿਆਦਾ ਪਾਪੂਲੇਸ਼ਨ ਉੱਥੇ ਉਹ ਕਰ ਰਹੀ ਆ, ਡਿਪੈਂਡ ਕਰ ਰਹੀ ਹੈ ਰੂਰਲ ਏਰੀਆਜ਼ ਦੇ ਵਿੱਚ, ਤਾਂ ਪੋਵਰਟੀ ਦਾ ਰੀਜ਼ਨ ਵੀ ਸਾਡੇ ਕੋਲ ਇਹੀ ਆਉਂਦਾ. In the year 1991, we have focused largely on the development of industrial sector and external trade, but at that time agriculture was totally ignored. ਉਸ ਟਾਈਮ ਦੇ ਵਿੱਚ ਅਸੀਂ ਲਾਸਟ ਪ੍ਰੀਵੀਅਸ ਚੈਪਟਰਸ ਦੇ ਵਿੱਚ ਅਸੀਂ ਸਟੱਡੀ ਕੀਤਾ ਕਿ ਸਾਡੇ ਕੋਲ ਐਗਰੀਕਲਚਰ ਨੂੰ ਨਿਗਲੈਕਟ ਕਰ ਦਿੱਤਾ ਗਿਆ ਸੀ. ਬਟ ਸਾਡੇ ਕੋਲ ਅਗਰ ਅਸੀਂ ਚਾਹੁੰਦੇ ਤਾਂ ਉਸ ਟਾਈਮ ਦੇ ਉੱਤੇ ਸਾਡੀ ਜਿਹੜੀ ਇਨਫਰਾਸਟਰਕਚਰ ਦੇ ਬੇਸਿਸ ਦੇ ਉੱਤੇ ਅਸੀਂ ਉਹ ਕਰ ਰਹੇ ਸੀ, ਸਾਡੀ ਪ੍ਰਾਇਓਰਟੀ ਉਹੀ ਸੀ. ਬਟ ਐਗਰੀਕਲਚਰ ਇਨਫਰਾਸਟਰਕਚਰ ਤੋਂ ਬਿਨਾਂ ਅਸੀਂ ਕੋਈ ਵੀ ਰਿਫੋਰਮਸ ਨੂੰ ਪ੍ਰੋਪਰਲੀ ਕਰ ਹੀ ਨਹੀਂ ਸਕਦੇਗੇ. ਤਾਂ ਸਾਡੇ ਕੋਲ ਗੈਪ ਆ ਗਿਆ ਇਨ ਬਿਟਵੀਨ ਦ ਰਿਚ ਐਂਡ ਦ ਪੂਅਰ. ਸਾਡੀ ਜਿਹੜੀ GDP ਹੈ ਗਰੋਥ ਹੀ ਕੀਤੀ, ਬਟ ਉਹਦੇ ਨਾਲ ਸਾਡੇ ਕੋਲ ਐਗਰੀਕਲਚਰ ਸੈਕਟਰ ਦੀ ਗਰੋਥ ਹੋਣੀ ਵੀ ਜ਼ਿਆਦਾ ਜ਼ਰੂਰੀ ਸੀ. ਅਗਰ ਅਸੀਂ ਡਿਵੈਲਪ ਨੇਸ਼ਨਸ ਨੂੰ ਦੇਖਦੇ ਆਗੇ ਤਾਂ ਉਹਨਾਂ ਦੀ ਜਿਹੜੀ ਗਰੋਥ ਹੈ ਉਹ ਇੰਡਸਟਰੀਅਲ ਸੈਕਟਰ, ਨੋ ਡਾਊਟ ਕਿ ਇੰਡਸਟਰੀਅਲ ਸੈਕਟਰ ਹੀ ਅੱਗੇ ਲੈ ਕੇ ਜਾਂਦਾ ਹੈ, ਬਟ ਉਹਦੇ ਵਿੱਚ ਸਾਡੇ ਕੋਲ ਐਗਰੀਕਲਚਰ ਸੈਕਟਰ ਦਾ ਵੀ ਉਨਾ ਹੀ ਪਾਰਟ ਹੁੰਦਾ. ਬਟ ਇੰਡੀਅਨ ਗਰੋਥ ਸਟੋਰੀ ਦੇ ਵਿੱਚ ਅਗਰ ਅਸੀਂ ਦੇਖਦੇ ਆਗੇ ਤਾਂ ਸਾਡੇ ਕੋਲ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ ਐਗਰੀਕਲਚਰ ਸੈਕਟਰ ਦੇ ਵਿੱਚ, ਬਟ ਐਗਰੀਕਲਚਰ ਸੈਕਟਰ ਨੂੰ ਹੀ ਨਿਗਲੈਕਟ ਕਰ ਦਿੱਤਾ ਗਿਆ. ਐਂਡ ਕੌਨਸੀਕੁਐਂਸਿਸ ਸਾਡੇ ਕੋਲ ਕੀ ਆਏ, ਐਬਸੋਲਿਊਟ ਪੋਵਰਟੀ ਵਿਦ ਦ ਮੈਸਿਵ ਅਨਇੰਪਲੋਇਮੈਂਟ. ਹੋਰ ਸਾਡੇ ਕੋਲ ਇਸ ਤੋਂ ਬਿਨਾਂ ਕੋਈ ਵੀ ਸਸਟੇਨੇਬਲ ਲਿਵਿੰਗ ਸਾਡੇ ਕੋਲ ਨਹੀਂ ਸੀਗੀ. 2% ਜਿਹੜੀ ਸਾਡੇ ਕੋਲ ਗਰੋਥ ਰੇਟ ਐਗਰੀਕਲਚਰ ਸੈਕਟਰ ਦੇ ਵਿੱਚ ਹੈ, ਜਿਹਨੂੰ ਅਸੀਂ ਨਿਗਲੀਜੀਬਲ ਗਰੋਥ ਰੇਟ ਕਹਿ ਸਕਦੇ ਹਾਂ. ਜਦ ਕਿ ਸਾਡੀ ਜਿਹੜੀ GDP ਹੈ that is growing with the 7-8% every year. This is also known as the structural imbalance. Structural imbalance ਕਿ ਸਾਡਾ ਜਿਹੜਾ ਅਸੀਂ ਡਿਪੈਂਡ ਕਰ ਰਹੇ ਹਾਂ ਐਗਰੀਕਲਚਰ ਦੇ ਉੱਤੇ, ਬਟ ਉਸੇ ਸੈਕਟਰ ਨੂੰ ਹੀ ਅਸੀਂ ਗਰੋ ਨਹੀਂ ਕਰ ਰਹੇ ਹੈਗੇ. ਤਾਂ ਜਿਹੜਾ ਸਟਰਕਚਰ ਸਾਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਚਾਹੀਦਾ, ਦੈਨ ਇਟ ਲੀਡਸ ਟੂ ਨੀਡ ਫॉर द ਰੂਰਲ ਡਿਵੈਲਪਮੈਂਟ. ਸਾਡੇ ਕੋਲ ਇੰਪੈਰੇਟਿਵ ਐਜ਼ ਵੈਲ ਐਜ਼ ਅਰਜੈਂਟ ਨੀਡ ਬਣਦੀ ਹੈ ਕਿ ਅਸੀਂ ਹੁਣੇ ਇਸ ਪ੍ਰੋਬਲਮ ਨੂੰ ਅਸੀਂ ਸੋਲਵ ਕਰੀਏ.